Hello student, welcome to my YouTube channel. So next topic is photoelectric effect, chapter number 2nd, that is structure of atom of class 11. तो photoelectric effect ਕੀ ਹੁੰਦਾ ਇਹ ਅੱਜ ਆਪਾਂ ਸਮਝਾਂਗੇ। ਸਾਇੰਟਿਸਟ ਸੀ ਐਚ ਹਰਟਜ਼ ਨੇ ਇੱਕ ਐਕਸਪੈਰੀਮੈਂਟ ਕੀਤਾ। ਉਹਨੇ ਇੱਕ ਮੈਟਲ ਲਈ ਲੈਟ ਆ ਮੈਟਲ ਦਾ ਕੋਈ ਪੀਸ ਹੈ, ਮੈਟਲ ਦੇ ਉੱਤੇ ਉਹਨੇ ਲਾਈਟ ਸਟਰਾਈਕ ਕਰਵਾਈ, ਲਾਈਟ ਰੇ आई। ਜਦੋਂ ਮੈਟਲ ਦੇ ਉੱਤੇ ਲਾਈਟ ਰੇ ਸਟਰਾਈਕ ਕੀਤੀ ਤਾਂ ਮੈਟਲ ਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਹੋ ਗਿਆ। ਜਦੋਂ ਮੈਟਲ ਦੇ ਸਰਫੇਸ 'ਤੇ ਲਾਈਟ ਰੇ ਆਏਗੀ, ਲਾਈਟ ਰੇ ਮੈਟਲ ਦੇ ਸਰਫੇਸ 'ਤੇ ਸਟਰਾਈਕ ਕੀਤੀ, ਲਾਈਟ ਰੇ ਸਟਰਾਈਕ ਹੋਣ ਨਾਲ ਕੀ ਹੋਇਆ, ਮੈਟਲ ਦੇ ਵਿੱਚੋਂ ਇੱਕ ਇਲੈਕਟ੍ਰੋਨ ਜਿਹੜਾ ਆ, ਇੱਕ ਇਲੈਕਟ੍ਰੋਨ ਦੋ ਇਲੈਕਟ੍ਰੋਨ ਜਿਹੜੇ ਆ, ਜਾਂ ਸਿੰਪਲੀ ਕਹਿ ਲਓ ਇਲੈਕਟ੍ਰੋਨ ਦਾ ਰਿਮੂਵ ਹੋਇਆ। ਤਾਂ ਫੋਟੋ ਇਲੈਕਟ੍ਰਿਕ ਦੇ ਨੇਮ ਤੋਂ ਹੀ ਆਪਾਂ ਸਮਝ ਸਕਦੇ ਹਾਂ, ਫੋਟੋ ਮੀਨ ਲਾਈਟ, ਫੋਟੋ ਦਾ ਮਤਲਬ ਲਾਈਟ, ਇਲੈਕਟ੍ਰਿਕ ਦਾ ਮਤਲਬ ਤੁਸੀਂ ਇਲੈਕਟ੍ਰਿਕ ਕਰੰਟ ਤੋਂ ਵੀ ਲੈ ਸਕਦੇ ਹਾਂ। ਵੀ ਨੋ ਜਿੱਦਾਂ ਇਲੈਕਟ੍ਰੋਨ ਅਗਰ ਰਿਮੂਵ ਹੋਣਗੇ ਜਾਂ ਇਲੈਕਟ੍ਰੋਨ ਫਲੋ ਕਰਨਗੇ, ਕਰੰਟ ਉਦੋਂ ਹੀ ਫਲੋ ਕਰਦਾ। ਤਾਂ ਫੋਟੋ ਇਲੈਕਟ੍ਰਿਕ ਇਫੈਕਟ ਦੀ ਡੈਫੀਨੇਸ਼ਨ ਕੀ ਹੋ ਜਾਂਦੀ ਹੈ? ਫੋਟੋ ਇਲੈਕਟ੍ਰਿਕ ਇਫੈਕਟ ਦੀ ਆਪਣੇ ਕੋਲ ਡੈਫੀਨੇਸ਼ਨ ਹੈ, the phenomena of ejection of electron, ejection मतलब removal of electron from the surface of metal when light of suitable frequency, suitable frequency ये चीज़ समझण वाली आ, strike on it is called photoelectric effect। मतलब कि ਜਦੋਂ ਆਪਣੇ ਕੋ ਕਿਸੇ ਮੈਟਲ ਦੇ ਸਰਫੇਸ 'ਤੇ ਲਾਈਟ ਪੈਂਦੀ ਆ ਤਾਂ ਉਹਦੇ 'ਚੋਂ ਇਲੈਕਟ੍ਰੋਨ ਜਿਹੜਾ ਆ ਰਿਮੂਵ ਹੋ ਜਾਂਦਾ, ਬਟ ਲਾਈਟ ਕਿਹੜੀ ਹੋਣੀ ਚਾਹੀਦੀ ਆ? ਸੂਟੇਬਲ ਫ੍ਰੀਕੁਐਂਸੀ ਦੀ। ਸੂਟੇਬਲ ਫ੍ਰੀਕੁਐਂਸੀ ਤੋਂ ਕੀ ਮਤਲਬ ਹੈ? ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਮੈਟਲ ਹੁੰਦੀ ਆ, ਮੈਟਲ 'ਚ ਜਿਹੜੇ ਇਲੈਕਟ੍ਰੋਨ ਹੁੰਦੇ ਆ, ਮੈਟਲ 'ਚ ਇਲੈਕਟ੍ਰੋਨ ਆ ਉਹ ਨਿਊਕਲੀਅਸ ਦੇ ਨਾਲ ਬਾਈਂਡ ਹੁੰਦੇ ਆ, ਥੋੜ੍ਹਾ ਬਹੁਤਾ ਨਿਊਕਲੀਅਸ ਦੇ ਨਾਲ ਫੋਰਸ ਲੱਗੀ ਹੁੰਦੀ ਆ। ਤਾਂ ਇੱਕ ਜਿਹੜੀ ਆ ਫੋਰਸ ਪ੍ਰੈਜ਼ੈਂਟ ਹੁੰਦੀ ਹੈ ਇਲੈਕਟ੍ਰੋਨ ਔਰ ਨਿਊਕਲੀਅਸ ਦੇ ਵਿੱਚ। ਤਾਂ ਆਪਾਂ ਨੂੰ ਇਹੋ ਜਿਹੀ ਅਮਾਊਂਟ ਦੀ ਐਨਰਜੀ ਜਾਂ ਇਹੋ ਜਿਹੀ ਫ੍ਰੀਕੁਐਂਸੀ ਦੀ ਲਾਈਟ ਚਾਹੀਦੀ ਆ ਜਿਹੜੀ ਇਹ ਫੋਰਸ ਨੂੰ ਬ੍ਰੇਕ ਕਰ ਪਾਵੇ। ਜਦੋਂ ਮੈਟਲ ਦੇ ਸਰਫੇਸ 'ਤੇ ਆਪਾਂ ਲਾਈਟ ਸਟਰਾਈਕ ਕਰਵਾਵਾਂਗੇ ਤਾਂ ਲਾਈਟ ਇਹੋ ਜਿਹੀ ਫ੍ਰੀਕੁਐਂਸੀ ਦੀ ਹੋਣੀ ਚਾਹੀਦੀ ਆ ਜਿਹੜੀ ਨਿਊਕਲੀਅਸ ਔਰ ਇਲੈਕਟ੍ਰੋਨ ਦੇ ਵਿਚਕਾਰ ਦੀ ਫੋਰਸ ਨੂੰ ਬ੍ਰੇਕ ਕਰਕੇ ਉਹਦੇ 'ਚੋਂ ਇਲੈਕਟ੍ਰੋਨ ਨੂੰ ਰਿਮੂਵ ਕਰੇ। ਠੀਕ ਹੈ, ਇਸ ਕਰਕੇ ਵਰਡ ਯੂਜ਼ ਕੀਤਾ ਗਿਆ ਸੂਟੇਬਲ ਫ੍ਰੀਕੁਐਂਸੀ। ਹੁਣ ਇੱਥੇ ਕੀ ਹੋਇਆ, ਜਿਹੜੀ ਐਨਰਜੀ ਜਾਂ ਲਾਈਟ ਇਜ਼ ਐਨਰਜੀ, ਜਾਂ ਜਿਹੜੀ ਆਪਾਂ ਐਨਰਜੀ ਯੂਜ਼ ਕਰ ਰਹੇ ਹਾਂ, ਐਨਰਜੀ ਆਪਣੇ ਕੋਲ ਦੋ ਚੀਜ਼ਾਂ 'ਚ ਯੂਜ਼ ਹੋਈ। ਫਸਟਲੀ ਜਦੋਂ ਮੈਟਲ ਦੇ ਸਰਫੇਸ 'ਤੇ ਟਕਰਾਈ, ਉਹਨੇ ਨਿਊਕਲੀਅਸ ਔਰ ਇਲੈਕਟ੍ਰੋਨ ਦੇ ਵਿਚਕਾਰਲੀ ਜਿਹੜੀ ਬਾਈਂਡਿੰਗ ਐਨਰਜੀ ਸੀ ਉਹਨੂੰ ਓਵਰਕਮ ਕੀਤਾ, ਜਿਹਦੇ ਕਰਕੇ ਇਲੈਕਟ੍ਰੋਨ ਰਿਮੂਵ ਹੋਇਆ। ਤਾਂ ਪਹਿਲੀ ਐਨਰਜੀ ਆ ਗਈ ਬਾਈਂਡਿੰਗ ਐਨਰਜੀ, ਮਤਲਬ ਜਿਹੜੀ ਆਹ ਵਾਲੀ ਐਨਰਜੀ ਆਪਾਂ ਨੇ ਲਾਈਟ ਰੇ ਮੈਟਲ ਦੇ ਸਰਫੇਸ 'ਤੇ ਸਟਰਾਈਕ ਕਰਵਾਈ, ਉਹਨੇ ਪਹਿਲਾਂ ਕੀ ਕੀਤਾ, ਉਹ ਕਿਹਦੇ 'ਚ ਚੇਂਜ ਹੋ ਗਈ? ਪਹਿਲਾਂ ਤਾਂ ਬਾਈਂਡਿੰਗ ਐਨਰਜੀ 'ਚ ਚੇਂਜ ਹੋਈ। ਬਾਈਂਡਿੰਗ ਐਨਰਜੀ ਮਤਲਬ ਇਲੈਕਟ੍ਰੋਨ ਔਰ ਨਿਊਕਲੀਅਸ ਦਾ ਕੰਟੈਕਟ ਤੋੜਿਆ। ਫਿਰ ਇਲੈਕਟ੍ਰੋਨ ਮੂਵ ਕੀਤਾ, ਇਲੈਕਟ੍ਰੋਨ ਮੂਵ ਕਰੂਗਾ ਕਿਉਂਕਿ ਅਗਰ ਇਲੈਕਟ੍ਰੋਨ ਰਿਮੂਵ ਹੋਇਆ ਆ ਤਾਂ ਉਹਦੀ ਮੂਵਮੈਂਟ ਵੀ ਤਾਂ ਹੋਏਗੀ। ਤਾਂ ਸੈਕਿੰਡ ਇਲੈਕਟ੍ਰੋਨ ਦੀ ਕਿਨੈਟਿਕ ਐਨਰਜੀ 'ਚ ਚੇਂਜ ਹੋ ਗਈ। ਤਾਂ ਜਿਹੜੀ ਆਪਾਂ ਨੇ ਲਾਈਟ ਸਟਰਾਈਕ ਕਰਵਾਈ ਸੀ, ਲਾਈਟ ਸਟਰਾਈਕ ਜਿਹੜੀ ਆ, ਜਾਂ ਕਹਿ ਲਓ ਕਿ ਐਨਰਜੀ ਜਿਹੜੀ ਆ, ਐਨਰਜੀ ਨੀਦਰ ਵੀ ਕ੍ਰੀਏਟਡ ਨੋਰ ਵੀ ਡਿਸਟਰੋਇਡ, ਬਟ ਕਨਵਰਟ ਹੋ ਗਈ ਇੱਕ ਫੋਰਮ ਤੋਂ ਦੂਸਰੀ ਫੋਰਮ 'ਚ। ਤਾਂ ਕਿਹਦੇ 'ਚ ਕਨਵਰਟ ਹੋਈ? ਇੱਕ ਤਾਂ ਜਿਹੜੀ ਆਪਾਂ ਨੇ ਬਾਈਂਡਿੰਗ ਐਨਰਜੀ ਨੂੰ ਓਵਰਕਮ ਕੀਤਾ ਜਿਹਦੇ ਕਰਕੇ ਇਲੈਕਟ੍ਰੋਨ ਰਿਮੂਵ ਹੋਇਆ, ਇੱਕ ਕਿਨੈਟਿਕ ਐਨਰਜੀ ਜਿਹੜੀ ਸੀ ਆਪਣੇ ਕੋਲ ਇਲੈਕਟ੍ਰੋਨ ਦੀ। ਤਾਂ ਇਹ ਜਿਹੜੀ ਸੂਟੇਬਲ ਫ੍ਰੀਕੁਐਂਸੀ ਦੀ ਲਾਈਟ ਜਾਂ ਮਿਨੀਮਮ ਅਮਾਊਂਟ ਆਫ ਫ੍ਰੀਕੁਐਂਸੀ ਦੀ ਲਾਈਟ ਜਿਹੜੀ ਰਿਕੁਆਇਰਡ ਹੁੰਦੀ ਆ ਫੋਰ ਇਲੈਕਟ੍ਰੋਨ ਰਿਮੂਵਲ, ਉਸ ਮਿਨੀਮਮ ਅਮਾਊਂਟ ਆਫ ਐਨਰਜੀ ਨੂੰ ਮਿਨੀਮਮ ਅਮਾਊਂਟ ਆਫ ਫ੍ਰੀਕੁਐਂਸੀ ਨੂੰ ਆਪਾਂ ਨਾਮ ਦਿੰਦੇ ਹਾਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ। ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ ਨਾਮ ਦਿੰਦੇ ਹਾਂ। ਲੈਟ ਆਪਾਂ ਅਜ਼ਿਊਮ ਕਰ ਲੈਂਦੇ ਹਾਂ ਕਿ ਆਪਣੇ ਕੋਲ ਜਿਹੜੀ ਇਹਦੀ ਬਾਈਂਡਿੰਗ ਐਨਰਜੀ ਸੀ 10 ਹਰਟਜ਼, ਜਾਂ ਲੈ ਲਓ 10 ਹਰਟਜ਼ ਦੀ ਆਪਾਂ ਨੇ ਫ੍ਰੀਕੁਐਂਸੀ ਲੈ ਲਈ। ਤਾਂ ਜਿਹੜੀ ਬਾਈਂਡਿੰਗ ਐਨਰਜੀ ਸੀ, ਤਾਂ ਆਪਾਂ ਅਜ਼ਿਊਮ ਕਰਦੇ ਹਾਂ ਆਪਾਂ ਨੇ ਜਿਹੜੀ ਬਾਈਂਡਿੰਗ ਐਨਰਜੀ ਸੀ ਜਾਂ ਬਾਈਂਡਿੰਗ ਫ੍ਰੀਕੁਐਂਸੀ ਸੀ ਜਾਂ ਉਸ ਜਿਹੜੀ ਐਨਰਜੀ ਦੀ
ਆਪਣੇ ਕੋਲ 10 ਹਰਟਜ਼ ਦੀ ਸੀਗੀ। ਜਦੋਂ ਆਪਾਂ ਨੇ ਦਿੱਤੀ 9 ਹਰਟਜ਼ ਦੀ ਫ੍ਰੀਕੁਐਂਸੀ ਦੀ ਲਾਈਟ ਮੈਟਲ ਦੇ ਸਰਫੇਸ 'ਤੇ ਸਟਰਾਈਕ ਕਰਵਾਈ ਤਾਂ ਇਲੈਕਟ੍ਰੋਨ ਰਿਮੂਵ ਨਹੀਂ ਹੋਊਗਾ। ਜਦੋਂ ਆਪਾਂ ਨੇ 10 ਹਰਟਜ਼ ਦੀ ਫ੍ਰੀਕੁਐਂਸੀ ਦੀ ਲਾਈਟ ਲੈ ਕੇ ਆਏ ਤਾਂ ਜਦੋਂ 10 ਹਰਟਜ਼ ਦੀ ਫ੍ਰੀਕੁਐਂਸੀ ਦੀ ਲਾਈਟ ਸਟਰਾਈਕ ਕੀਤੀ ਤਾਂ ਇਲੈਕਟ੍ਰੋਨ ਜਿਹੜਾ ਆ ਉਹ ਇਜੈਕਟ ਹੋ ਗਿਆ। ਤਾਂ ਮਿਨੀਮਮ ਅਮਾਊਂਟ ਆਫ ਫ੍ਰੀਕੁਐਂਸੀ ਜਿਹੜੀ ਰਿਕੁਆਇਰਡ ਆ ਦੈਟ ਇਜ਼ ਥ੍ਰੈਸ਼ਹੋਲਡ ਫ੍ਰੀਕੁਐਂਸੀ, ਔਰ ਇਹ ਤੋਂ ਵੱਧ ਹੋਏਗੀ 11 ਹਰਟਜ਼ ਹੋ ਸਕਦੀ ਹੈ, 12 ਹਰਟਜ਼ ਹੋਏਗੀ। ਤਾਂ ਅਗਰ 10 ਹਰਟਜ਼ ਤੋਂ ਅਗਰ ਵੱਧ ਹੋਏਗੀ ਤਾਈਓ ਇਲੈਕਟ੍ਰੋਨ ਰਿਮੂਵ ਹੋਏਗਾ, 10 ਹਰਟਜ਼ ਤੋਂ ਘੱਟ ਨਹੀਂ ਹੋਣੀ ਚਾਹੀਦੀ। ਤਾਂ ਇਹ ਫੋਟੋ ਇਲੈਕਟ੍ਰਿਕ ਇਫੈਕਟ ਹੈ। ਫੋਟੋ ਇਲੈਕਟ੍ਰਿਕ ਇਫੈਕਟ ਦੀ ਡੈਫੀਨੇਸ਼ਨ ਹੈ। ਤਾਂ ਇਹਦੇ ਤੋਂ ਫੋਟੋ ਇਲੈਕਟ੍ਰਿਕ ਇਫੈਕਟ ਤੋਂ ਕੁਛ ਓਬਜ਼ਰਵੇਸ਼ਨ ਆਈਆਂ। ਕੀ ਓਬਜ਼ਰਵੇਸ਼ਨ ਆਈਆਂ? ਫਸਟ ਓਬਜ਼ਰਵੇਸ਼ਨ ਆਈ ਕਿ ਇਲੈਕਟ੍ਰੋਨ ਆਰ ਇਜੈਕਟਡ ਫਰੋਮ ਦੀ ਮੈਟਲ ਸਰਫੇਸ ਐਜ਼ ਸੂਨ ਐਜ਼ ਦੀ ਬੀਮ ਆਫ ਲਾਈਟ ਸਟਰਾਈਕ ਦੀ ਸਰਫੇਸ। ਕੀ ਮਤਲਬ? ਜਿੱਦਾਂ ਹੀ ਮੈਟਲ ਦੇ ਸਰਫੇਸ 'ਤੇ ਲਾਈਟ ਟਕਰਾਈ ਉਵੇਂ ਹੀ ਇਲੈਕਟ੍ਰੋਨ ਰਿਮੂਵ ਹੋ ਜਾਊਗਾ। ਕੋਈ ਵੀ ਲੈਗ ਨਹੀਂ ਹੋਏਗਾ, ਟਾਈਮ ਲੈਗ ਨਹੀਂ ਹੋਏਗਾ ਕਿ 1 ਸੈਕਿੰਡ ਬਾਅਦ ਇਲੈਕਟ੍ਰੋਨ ਰਿਮੂਵ ਹੋਣਾ, 2 ਸੈਕਿੰਡ ਬਾਅਦ ਇਲੈਕਟ੍ਰੋਨ ਰਿਮੂਵ ਹੋਣਾ, ਕੋਈ ਵੀ ਟਾਈਮ ਲੈਗ ਨਹੀਂ ਹੋਏਗਾ। ਜਿੱਦਾਂ ਹੀ ਮੈਟਲ ਦੇ ਸਰਫੇਸ 'ਤੇ ਲਾਈਟ ਨੇ ਸਟਰਾਈਕ ਕਰਨਾ ਉੱਦਾਂ ਹੀ ਇਲੈਕਟ੍ਰੋਨ ਨੇ ਰਿਮੂਵ ਕਰ ਜਾਣਾ। ਤਾਂ ਫਸਟ ਓਬਜ਼ਰਵੇਸ਼ਨ ਇਹ ਹੋ ਗਈ। ਸੈਕਿੰਡ ਓਬਜ਼ਰਵੇਸ਼ਨ ਇਹ ਸੀ ਕਿ ਆਪਾਂ ਨੂੰ ਮਿਨੀਮਮ ਅਮਾਊਂਟ ਆਫ ਜਿਹੜੀ ਫ੍ਰੀਕੁਐਂਸੀ ਦੀ ਲਾਈਟ ਆ ਉਹ ਰਿਕੁਆਇਰਡ ਹੁੰਦੀ ਹੈ ਇਲੈਕਟ੍ਰੋਨ ਨੂੰ ਇਜੈਕਟ ਕਰਨ ਲਈ, ਜਿਹਨੂੰ ਆਪਾਂ ਨਾਮ ਦਿੰਦੇ ਹਾਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਦਾ। ਇਹਨੂੰ ਆਪਾਂ ਨਿਊ ਨੋਟ ਨਾਲ ਡਿਨੋਟ ਕਰਦੇ। ਥਰਡ ਓਬਜ਼ਰਵੇਸ਼ਨ ਇਹ ਸੀ ਕਿ ਕੈਨੇਟਿਕ ਐਨਰਜੀ ਆਫ ਇਲੈਕਟ੍ਰੋਨ ਮਤਲਬ ਸਪੀਡ ਆਫ ਇਲੈਕਟ੍ਰੋਨ ਡਿਪੈਂਡ ਕਰੇਗਾ ਆਪਣੇ ਕੋਲ ਕਿੰਨੀ ਫ੍ਰੀਕੁਐਂਸੀ ਦੀ ਲਾਈਟ ਆਈ ਆ। ਲਾਈਟ ਦੀ ਬਰਾਈਟਨੈਸ 'ਤੇ ਨਹੀਂ ਡਿਪੈਂਡ ਕਰਨਾ। ਇੰਟੈਂਸਿਟੀ ਇਜ਼ ਬਰਾਈਟਨੈਸ ਆਫ ਲਾਈਟ। ਕਿ ਆਪਣੇ ਕੋਲ ਹੁਣ ਜਦੋਂ ਮੈਟਲ ਦੇ ਸਰਫੇਸ 'ਤੇ ਲਾਈਟ ਸਟਰਾਈਕ ਕੀਤੀ ਤਾਂ ਇਲੈਕਟ੍ਰੋਨ ਕਿਸੇ ਸਪੀਡ ਨਾਲ ਮੂਵ ਕਰੇਗਾ। ਤਾਂ ਇਲੈਕਟ੍ਰੋਨ ਦੀ ਜਿਹੜੀ ਸਪੀਡ ਆ ਜਾਂ ਇਲੈਕਟ੍ਰੋਨ ਦੀ ਕੈਨੇਟਿਕ ਐਨਰਜੀ ਉਹ ਡਾਇਰੈਕਟਲੀ ਡਿਪੈਂਡ ਕਰੇਗੀ ਫ੍ਰੀਕੁਐਂਸੀ ਆਫ ਲਾਈਟ 'ਤੇ। ਤਾਂ ਥਰਡ ਪੋਸਟੂਲੇਟ ਇਹ ਹੋ ਗਿਆ। ਫੋਰਥ ਓਬਜ਼ਰਵੇਸ਼ਨ ਇਹ ਆ ਕਿ ਆਪਣੇ ਕੋਲ ਨੰਬਰ ਆਫ ਇਲੈਕਟ੍ਰੋਨ ਜਿਹੜੇ ਇਜੈਕਟ ਕਰਨੇ ਆ ਉਹ ਡਾਇਰੈਕਟਲੀ ਡਿਪੈਂਡ ਕਰਨਗੇ ਕਿੰਨੀ ਬਰਾਈਟ ਲਾਈਟ ਆ ਰਹੀ ਹੈ। ਇੰਟੈਂਸਿਟੀ ਆਫ ਲਾਈਟ 'ਤੇ ਡਿਪੈਂਡ ਕਰਨਗੇ। ਨੰਬਰ ਆਫ ਇਲੈਕਟ੍ਰੋਨ ਕਿੰਨੇ ਇਜੈਕਟ ਹੋਣੇ ਆ ਉਹ ਡਿਪੈਂਡ ਕਰਨਗੇ ਕਿ ਕਿੰਨੀ ਇੰਟੈਂਸ ਕਿੰਨੀ ਬਰਾਈਟ ਲਾਈਟ ਆ ਰਹੀ ਆ, ਉਹਦੇ 'ਤੇ ਇਲੈਕਟ੍ਰੋਨ ਨੰਬਰ ਡਿਪੈਂਡ ਕਰੇਗਾ ਕਿ ਕਿੰਨੇ ਨੰਬਰ ਆਫ ਇਲੈਕਟ੍ਰੋਨ ਮੈਟਲ ਦੇ ਸਰਫੇਸ ਤੋਂ ਇਜੈਕਟ ਹੋਣੇ ਆ। ਤਾਂ ਇਹ ਫੋਟੋ ਇਲੈਕਟ੍ਰਿਕ ਇਫੈਕਟ ਸੀ। ਤਾਂ ਫੋਟੋ ਇਲੈਕਟ੍ਰਿਕ ਇਫੈਕਟ 'ਚ ਕੁਛ ਓਬਜ਼ਰਵੇਸ਼ਨ ਕੀਤੀਆਂ ਗਈਆਂ। ਫੋਟੋ ਇਲੈਕਟ੍ਰਿਕ ਇਫੈਕਟ ਨੂੰ ਬਾਅਦ 'ਚੋਂ ਸਾਇੰਟਿਸਟ ਜਿਹੜਾ ਸੀ ਪਲੈਂਕ, ਉਹਨੇ ਕੁਛ ਮੋਡੀਫਾਈ ਕੀਤਾ ਸੀ। ਉਹਦੇ 'ਚ ਮੋਡੀਫਿਕੇਸ਼ਨ ਕੀਤੀਆਂ ਗਈਆਂ ਫੋਟੋ ਇਲੈਕਟ੍ਰਿਕ ਇਫੈਕਟ 'ਚ। ਤਾਂ ਜਿਹੜੀ ਪਲੈਂਕ ਕੁਆਂਟਮ ਥਿਊਰੀ ਆਪਾਂ ਉਹ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ। ਆਈ ਹੋਪ ਤੁਹਾਨੂੰ ਸਮਝ ਆਇਆ। ਥੈਂਕ ਯੂ ਫॉर ਵਾਚਿੰਗ।